साध संगत काफ़ी समय तो आप सतगुरां दे सचखंड दरबार ਦੀਆਂ ਹਾਜ਼ਰੀਆਂ ਭਰ ਰਹੇ ਹੋ। ਮਹਾਂਪੁਰਖਾਂ ਦੇ ਜਨਮ ਦਿਹਾੜੇ ਦੇ ਇਸ ਅਵਸਰ ਤੇ ਦੂਰੋਂ ਨੇੜੇ ਚੱਲ ਕੇ ਆਏ ਹੋ। ਇਹ ਜੋੜ ਮੇਲੇ ਮਨਾਉਣ ਦਾ ਆਪਣਾ ਮਨੋਰਥ ਇਹੋ ਹੀ ਹੈ ਕਿ ਆਪਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸਾਧ ਸੰਗਤ ਦੇ ਰੂਪ ਵਿੱਚ ਜੁੜ ਮਿਲ ਕੇ ਬੈਠੀਏ। ਹਮ ਤੋਂ ਨਾ ਦਰ ਮਜ਼ਹਬੇਨ ਸਾਧ ਸੰਗ ਕਦ ਮੁਹੱਬਤ ਬਾ ਖੁਦਾ ਦਰੰਦ ਰੰਗ। ਰੱਬ ਦੇ ਰੰਗ ਦੇ ਵਿੱਚ, ਉਸ ਦੇ ਪਿਆਰ ਵਿੱਚ ਗੁਰਬਾਣੀ ਦੇ ਨਾਲ ਜੁੜ ਕੇ ਸਤਿਗੁਰੂ ਜੀ ਦੀ ਗੋਰ ਦਾ ਆਨੰਦ ਮਾਣੀਏ। ਇਹ ਆਪਣਾ ਇੱਥੇ ਆਉਣ ਦਾ, ਮਹਾਂਪੁਰਖਾਂ ਦੀਆਂ ਯਾਦਾਂ, ਉਹਨਾਂ ਦੇ ਜਨਮ ਦਿਹਾੜੇ, ਇਹ ਜੋੜ ਮੇਲੇ ਮਨਾਉਣ ਦਾ ਮਨੋਰਥ ਹੈ। ਇਸ ਕਰਕੇ ਜਿਹੜੀ ਸੰਗਤ, ਜਿਹੜੇ ਗੁਰਮੁਖ ਮਾਈ ਭਾਈ ਅਜੇ ਵੀ ਬਾਹਰ ਨੇ, ਗੁਰੂ ਕਾ ਲੰਗਰ ਤੁਸੀਂ ਬਾਅਦ ਵਿੱਚ ਵੀ ਛਕ ਸਕਦੇ ਹੋ। ਜਿਹੜਾ ਅਸਲੀ ਲੰਗਰ ਛਕਣ ਵਾਸਤੇ ਆਪਾਂ ਇੱਥੇ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹਾਂ। ਕਹੋ ਨਾਨਕ ਜੀ ਸਤਿਗੁਰ ਪੂਰਾ, ਅਖੰਡ ਕੀਰਤਨ ਤਿਨ ਭੋਜਨ ਚੂਰਾ। ਹਾਂ, ਜਿਸ ਮਨੋਰਥ ਵਾਸਤੇ ਆਇਓ ਸੁਣਨ ਪੜ੍ਹਨ ਕੋ ਬਾਣੀ, ਆਪਣਾ ਉਹ ਮਨੋਰਥ ਸਿੱਧ ਕਰੀਏ। ਇਹ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਆ ਕੇ ਹੀ ਸਿੱਧ ਕੀਤਾ ਜਾ ਸਕਦਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਬਣਾਓ ਭਾਈ। ਨੀ ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ, ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ। ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ, ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ। ਕੀਰਤ ਪ੍ਰਭ ਕੀ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ।
ਰਸਨਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ ਸਾਧੂ ਸੰਗ ਮੈਂ ਮਨ ਪ੍ਰਬੋਧਾ ਤ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ ਨਾਮ ਲੈਤ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਏ ਦਇਆਲ ਕਹੋ ਨਾਨਕ ਤਾਉ ਛੁਟੇ ਜੰਜਾਲ ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਬੁੱਧ ਨੂੰ ਸ਼ਬਦ ਔਰ ਵਿਚਾਰ ਦੇ ਸਨਮੁਖ ਕਰੋ। ਤਾਂ ਜੋ ਗੁਰਮਤਿ ਦੀ ਵਿਚਾਰ ਆਪਣੇ ਹਿਰਦੇ ਅੰਦਰ ਵਸ ਜਾਵੇ। परम पूजनीक छोटे संत जी महाराज संत बाबा कृष्ण सिंह जी महाराज उन्हों का जन्म दिहाड़ा मनाने वास्ते आप इन्हां कदमवासी संगतां गुरमुख माई भाई सवेर तो सतगुरां दे सचखंड दरबार दीयां हाज़रियां भर रहे हो। कल तो ये जोड़ मेला प्रारंभ है और आने वाले कल नूं इसकी संपूर्णता होनी है। नाल ही संगतां ने बड़ी शरधा दे नाल साहिब गुरु कलगीधर पातशाह दा प्रकाश दिहाड़ा भी मनाया है। ये भी एक इतफाक ही है। इस बार दोवें दिहाड़े इकट्ठे आ गए ने। वैसे जिस दिन 24 दिसंबर 1900 सन महापुरखों का समात लोक ते सरीर करके जन्म होया, उस दिन भी पोह सुदी सप्तमी साहिब गुरु कलगीधर पातशाह दा प्रकाश दिहाड़ा ही सी। इस बार भाई जीवन सिंह ने और इथों के सारे प्रबंधकों ने ये विचार की गुरमता करके ये फैसला लिया कि महापुरखों का ये सालाना जोड़ मेला उन्होंने जन्म दिहाड़ा ਆਪਾਂ ਦਸੰਬਰ ਮਹੀਨੇ ਦੀ ਬਜਾਏ ਉਹਨਾਂ ਹੀ ਤਾਰੀਖਾਂ ਦੇ ਵਿੱਚ ਜਨਵਰੀ ਦੇ ਵਿੱਚ ਮਨਾਇਆ ਕਰਨਾ ਹੈ। ਇਸ ਵਾਰ ਭਾਵੇਂ ਥੋੜਾ ਜਿਹਾ ਮੁਗਾਲਸਾ ਲੱਗ ਗਿਆ, ਇਹ ਜੋੜ ਮੇਲਾ 20-21-22 ਜਨਵਰੀ ਦਾ ਰੱਖਿਆ ਗਿਆ, ਪਰ ਆਉਣ ਵਾਲੇ ਸਾਲਾਂ ਵਿੱਚ ਵਿਚਾਰ ਇਹ ਕੀਤੀ ਗਈ ਹੈ कि ये जोड़ मेला 22, 23, 24 जनवरी ਨੂੰ ਹੋਇਆ ਕਰੇਗਾ। 24 ਦਸੰਬਰ ਦੀ ਬਜਾਏ 24 ਜਨਵਰੀ ਨੂੰ ਭੋਗ ਪਿਆ ਕਰੇਗਾ। ਸੰਗਤਾਂ ਨੂੰ ਯਾਦ ਰੱਖਣ ਵਿੱਚ ਵੀ ਆਸਾਨੀ ਰਹੇਗੀ, ਕਿਉਂਕਿ 22 ਜਨਵਰੀ ਨੂੰ ਜਿਨ੍ਹਾਂ ਮਹਾਂਪੁਰਖਾਂ ਦੇ ਪਾਸੋਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਤੋਂ संत बाबा कृष्ण सिंह जी महाराज ने गुरमत की सेहत लई सी, उन्होंने महापुरखों की सालाना बरसी होया करती है। इस करके वो बरसी के दिनों के नाल ते जोड़ मेला नहीं रखा जा सकता।
22, 23, 24 ਜਨਵਰੀ ਨੂੰ ਇਹ ਸਾਲਾਨਾ ਜੋੜ ਮੇਲਾ ਇੱਥੇ ਆਪਾਂ ਹਰ ਸਾਲ ਮਨਾਉਣਾ ਹੈ ਅੱਗੋਂ ਵਾਸਤੇ। ਹਰਦਾਸ ਬੇਨਤੀ ਕਰ ਰਿਹਾ ਸੀ ਕਿ ਸੰਨ 1900 ਦੇ ਵਿੱਚ ਜਦੋਂ ਸੰਤ ਜੀ ਮਹਾਰਾਜ ਦਾ ਸਮਾਤ ਲੋਕ ਤੇ ਜਨਮ ਹੋਇਆ, ਉਸ ਦਿਨ ਵੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਸੀ। ਇਸ ਵਾਰ ਵੀ ਇਤਫਾਕ ਦੇ ਨਾਲ ਇਹ ਗੁਰਪੁਰਬ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੇ ਨਾਲ ਆਇਆ ਹੈ। ਉਹ ਸਾਧ ਸੰਗਤ ਵੈਸੇ ਜਿਹੜੇ ਗੁਰਮਤਿ ਦੇ ਦਾਇਰੇ ਅੰਦਰ ਰਹਿਣ ਵਾਲੇ ਮਹਾਂਪੁਰਖ, ਉਹਨਾਂ ਦਾ ਜੀਵਨ ਤੇ ਗੁਰੂ ਨੂੰ ਸਮਰਪਿਤ ਹੀ ਹੁੰਦਾ ਹੈ। ਭਾਵੇਂ ਆਪਾਂ ਗੁਰੂ ਦੀ ਸਿਫਤ ਕਰ ਲਈਏ, ਭਾਵੇਂ ਸਤਿਗੁਰੂ ਜੀ ਦੇ ਦਰੋਂ ਘਰੋਂ ਵਰਸਾਏ ਮਹਾਂਪੁਰਖਾਂ ਦੀ ਸਿਫਤ ਕਰ ਲਈਏ, ਗੁਰੂ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਇਹ ਹੈ ਹਕੀਕਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਹੀ ਸਿਫਤ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਜਿਹੜੀ ਪਰਮੇਸ਼ਰ ਦੇ ਦਾਸਾਂ ਦੀ, ਉਸਦੀ ਪਿਆਰਿਆਂ ਦੀ ਵਡਿਆਈ, ਉਸਦੀ ਉਹਨਾਂ ਦੀ ਸਿਫਤ ਹੈ, ਇਹ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਹੀ ਵਡਿਆਈ ਹੈ। ਦਰਅਸਲ ਅਕਾਲ ਪੁਰਖ ਹੀ ਆਪਣੇ ਪਿਆਰਿਆਂ ਦੀ ਸੰਸਾਰ ਤੇ ਜੈ ਜੈਕਾਰ ਕਰਾਉਣ ਵਾਸਤੇ ਕੋਈ ਐਸੀ ਖੇਡ ਵਰਤਾ ਦਿੰਦਾ ਹੈ, ਪਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ, ਕਿ ਉਸਦੇ ਪਿਆਰਿਆਂ ਦੀ ਜੈ ਜੈਕਾਰ ਹੋਵੇ। ਇਹਦੇ ਵਿੱਚ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਵੀ ਜੈ ਜੈਕਾਰ ਹੀ ਹੈ। ਪੁੱਤਰ ਦੀ ਵਡਿਆਈ ਦੇ ਵਿੱਚ ਪਿਤਾ ਦੀ ਵਡਿਆਈ ਆ ਹੀ ਜਾਂਦੀ ਹੈ। ਪਰਮੇਸ਼ਰ ਦੇ ਪਿਆਰੇ ਉਹ ਪਰਮਾਤਮਾ ਦੇ ਹੀ ਪੁੱਤਰ ਨੇ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਪੁੱਤਰ ਨਹੀਂ ਸਪੁੱਤਰ ਹਨ, ਕਿਉਂਕਿ ਸਪੁੱਤਰ ਆਪਣੇ ਮਾਤਾ ਪਿਤਾ ਦੀ ਵਡਿਆਈ ਨੂੰ ਹੋਰ ਚਾਰ ਚੰਨ ਲਾਉਂਦੇ ਹਨ। ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਨੂੰ ਚਾਰ ਚੰਨ ਲਾਉਂਦੇ ਨੇ। ਭਾਵੇਂ ਅਕਾਲ ਪੁਰਖ ਵਾਹਿਗੁਰੂ ਤੇ ਇਤਨਾ ਵੱਡਾ ਹੈ, ਸੁਣ ਵੱਡਾ ਆਖੈ ਸਭ ਕੋਏ, ਕਿ ਵੱਡਾ ਇਤਨਾ ਵੱਡਾ ਹੈ, ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸ ਗੱਲ ਦਾ ਮਾਣ ਹੋਵੇ ਨਾ ਕਿ ਸਾਡੀ ਅਕਲ ਬਹੁਤ ਵੱਡੀ ਹੈ, ਅਸੀਂ ਪ੍ਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸੰਪੂਰਨ ਸਿਫਤ ਕਰ ਲਵਾਂਗੇ, ਉਹ ਸਾਰ ਸੰਗਤ ਤੇ ਗੱਲ ਨਾਮੁਮਕਿਨ ਹੈ। ਅਕਾਲ ਪੁਰਖ ਵਾਹਿਗੁਰੂ ਦੀ ਪੂਰੀ ਜਾਂ ਸੰਪੂਰਨ ਸਿਫਤ ਕੀਤੀ ਹੀ ਨਹੀਂ ਜਾ ਸਕਦੀ। ਵਿਰਸਾਤ ਸਮੁੰਦਰ ਵਸ ਕਰੋ, ਕਲਮ ਕਰੋ ਬਣ ਰਾਏ। ਜਿਤਨੇ ਸਮੁੰਦਰ ਨੇ ਇਸ ਧਰਤੀ ਦੇ ਉੱਪਰ, ਉਹਨਾਂ ਸਮੁੰਦਰਾਂ ਵਿੱਚ ਜਿਤਨਾ ਪਾਣੀ ਹੈ, ਉਸ ਪਾਣੀ ਦੀ ਮਸ ਤੋਂ ਭਾਵ ਸਿਆਹੀ ਬਣਾ ਲਈ ਜਾਵੇ। ਔਰ ਜਿਤਨੀ ਵਨਸਪਤੀ ਹੈ, ਉਹ ਸਾਰੀ ਵਨਸਪਤੀ ਨੂੰ ਘੜ ਕੇ ਉਹਦੀਆਂ ਕਲਮਾਂ ਬਣਾ ਲਈਆਂ ਜਾਣ, ਸਾਰੀ ਧਰਤੀ ਨੂੰ ਕਾਗਜ਼ ਬਣਾ ਲਿਆ ਜਾਵੇ। ਉਹਨਾਂ ਕਲਮਾਂ ਦੇ ਨਾਲ ਸਾਰੇ ਸਮੁੰਦਰਾਂ ਦਾ ਪਾਣੀ ਇਕੱਠਾ ਕਰਕੇ ਉਸਦੀ ਸਿਆਹੀ ਬਣਾ ਕੇ ਉਸਦੀ ਸਿਫਤ ਲਿਖਣੀ ਸ਼ੁਰੂ ਕਰ ਦਿੱਤੀ ਜਾਵੇ। ਉਹ ਮਸੋ ਸਿਆਹੀ ਤੇ ਖਤਮ ਹੋ ਸਕਦੀ ਹੈ, ਪਰ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਉਸ ਦੀ ਵਡਿਆਈ ਫਿਰ ਵੀ ਖਤਮ ਨਹੀਂ ਹੋ ਸਕਦੀ। ਜਿੰਨੀ ਉਸਦੀ ਵਡਿਆਈ ਲਿਖੀ ਜਾਵੇਗੀ, ਵੀ ਸਮਝ ਲਓ ਉਤਨੀ ਹੋਰ ਬਾਕੀ ਰਹਿ ਜਾਏਗੀ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਜੇ ਸਭ ਮਿਲ ਕੇ ਆਖਣ ਪਾਏ। ਇਤਨੀ ਵਡਿਆਈ ਲਿਖ ਕੇ ਵੀ ਜੇ ਕੋਈ ਕਹੇ ਨਾ ਕਿ ਮੈਂ ਉਸ ਪਰਮਾਤਮਾ ਦੇ ਉੱਪਰ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੈ, ਉਸਦੀ ਸਿਫਤ ਕਰਕੇ ਉਸ ਨੂੰ ਵੱਡਾ ਬਣਾ ਦਿੱਤਾ ਹੈ,
ਕਿਸੇ ਦੇ ਕਹਿਣ ਦੇ ਨਾਲ ਉਹ ਵੱਡਾ ਨਹੀਂ ਹੋਣ ਲੱਗਿਆ, ਪਹਿਲਾਂ ਹੀ ਇਤਨਾ ਵੱਡਾ ਹੈ। ਜੇ ਸਾਰਾ ਹੀ ਸੰਸਾਰ ਉਸ ਦੀ ਸਿਫਤ ਕਰਨੀ ਸ਼ੁਰੂ ਕਰ ਦੇਵੇ, ਜਿਤਨਾ ਅਕਾਲ ਪੁਰਖ ਵਾਹਿਗੁਰੂ ਵੱਡਾ, ਉਸ ਨੂੰ ਉਸ ਤੋਂ ਹੋਰ ਵੱਡਾ ਨਹੀਂ ਕੀਤਾ ਜਾ ਸਕਦਾ। ਔਰ ਜੇ ਸਾਰਾ ਹੀ ਸੰਸਾਰ ਉਸ ਦੀ ਹਸਤੀ ਤੋਂ ਮਨਕੁਰ ਹੋ ਜਾਵੇ, ਉਸ ਦੀ ਨਿੰਦਿਆ ਸ਼ੁਰੂ ਕਰ ਦੇਵੇ, ਫਿਰ ਉਸ ਦੀ ਵਡਿਆਈ ਦੇ ਵਿੱਚ ਰੰਚਕ ਮਾਤਰੇ ਵੀ ਕੋਈ ਘਾਟ, ਕਮੀ ਨਹੀਂ ਹੋ ਸਕਦੀ। ਵੱਡਾ ਨਾ ਹੋਵੇ, ਘਾਟ ਨਾ ਜਾਏ। ਹਾਂ, ਨਾ ਉਹਨੂੰ ਵੱਡਾ ਕੀਤਾ ਜਾ ਸਕਦਾ ਹੈ ਔਰ ਨਾ ਹੀ ਉਸ ਨੂੰ ਛੋਟਾ ਕੀਤਾ ਜਾ ਸਕਦਾ ਹੈ। ਉਹ ਸਾਧ ਸੰਗਤ, ਜਿਸ ਤਰ੍ਹਾਂ ਆਪਾਂ ਅੰਗਰੇਜ਼ੀ ਦੇ ਵਿੱਚ ਪਰਫੈਕਟ ਕਹਿ ਦਿੰਦੇ ਹਾਂ, ਉਹ ਇੱਕ ਇੰਤਹਾ ਹੁੰਦੀ ਹੈ ਸੰਪੂਰਨਤਾ ਦੀ। ਉਸ ਤੋਂ ਅੱਗੇ ਕੋਈ ਹੱਦ ਬੰਨਾ ਨਹੀਂ ਹੋਇਆ ਕਰਦਾ। ਜਿਹੜੀ ਅਕਾਲ ਪੁਰਖ ਵਾਹਿਗੁਰੂ, ਉਸ ਦੀ ਵਡਿਆਈ ਜਿਹੜੀ ਆਪਣੇ ਆਪ ਦੇ ਵਿੱਚ ਸੰਪੂਰਨ ਹੈ, ਉਸ ਨੂੰ ਆਪਾਂ ਵਧਾ ਨਹੀਂ ਸਕਦੇ, ਘਟਾ ਨਹੀਂ ਸਕਦੇ। ਪਰ ਇੰਨੀ ਗੱਲ ਜ਼ਰੂਰ ਹੈ, ਜਿਹੜੇ ਪਰਮੇਸ਼ਰ ਦੇ ਪਿਆਰੇ ਉਸ ਦੀ ਬੰਦਗੀ ਕਰਕੇ ਉਸ ਪਰਮਾਤਮਾ ਦੀ ਵਡਿਆਈ ਵਿਦਿਤ ਜ਼ਰੂਰ ਕਰ ਦਿੰਦੇ ਨੇ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ, ਉਸ ਦੇ ਦਾਸ, ਉਸ ਦੀ ਬੰਦਗੀ ਕਰਕੇ ਇਤਨੀਆਂ ਵੱਡੀਆਂ ਵੱਡੀਆਂ ਬਰਕਤਾਂ ਹਾਸਲ ਕਰ ਸਕਦੇ ਨੇ, ਫਿਰ ਉਹ ਆਪ ਕਿਤਨੀ ਕੁ ਵੱਡੀ ਹਸਤੀ ਹੋਵੇਗਾ। ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਫਰਮਾਨ ਕੀਤਾ ਕਿ ਸਫਲ ਜਨਮ ਹਰ ਜਨ ਕਾ ਉਪਜਿਆ। ਪੁੱਤਰ ਤੇ ਪ੍ਰਮਾਤਮਾ ਦੇ ਸਾਰੇ ਹੀ ਨੇ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਨੇ ਤੁਸੀਂ ਅਸੀਂ ਬੈਠੇ ਹਾਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ, ਇਹ ਸਾਰੇ ਹੀ ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਸਾਰਿਆਂ ਦਾ ਹੈ। ਅਕਾਲ ਪੁਰਖ ਵਾਹਿਗੁਰੂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਾਰੇ ਜੀਵ ਉਸਦੇ ਪੁੱਤਰ ਨੇ, ਪਰ ਪਰਮੇਸ਼ਰ ਦੇ ਪਿਆਰਿਆਂ ਦੀ ਬਾਬਤ ਸਤਿਗੁਰੂ ਜੀ ਫਰਮਾਨ ਕਰਨੇ ਕਿ ਉਹ ਉਹਦੇ ਸੁਪੁੱਤਰ ਨੇ। ਉਸ ਦੀ ਵਡਿਆਈ ਨੂੰ ਚਾਰ ਚੰਨ ਲਾਉਣ ਵਾਲੇ, ਉਸ ਦੀ ਵਡਿਆਈ ਨੂੰ ਸੰਸਾਰ ਤੇ ਵਿਦਿਤ ਕਰਨ ਵਾਲੇ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਸਾਧ ਸੰਗਤ ਧਿਆਨ ਦਿਓ, ਉਹ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸੁਪੁੱਤਰ ਹੋ ਕੇ ਆਉਂਦੇ ਨੇ ਸੰਸਾਰ ਤੇ। ਉਹ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਆਪਾਂ ਪ੍ਰਕਾਸ਼ ਦਿਹਾੜਾ ਮਨਾਇਆ ਹੈ। ਇੱਕ ਤੇ ਸੰਸਾਰ ਤੇ ਆਉਂਦੇ ਨੇ ਆਪਣੇ ਕੀਤੇ ਕਰਮਾਂ ਦਾ ਫਲ ਭੋਗਣ ਵਾਸਤੇ, ਇੱਕ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਭੇਜਿਆ ਜਾਂਦਾ ਹੈ। ਸਾਧ ਪਠਾਏ ਆਪ ਹਰ, ਉਸਦੇ ਭੇਜੇ ਹੋਏ ਆਉਂਦੇ ਨੇ। ਜਿਹੜਾ ਕਿਸੇ ਦਾ ਭੇਜਿਆ ਹੋਇਆ ਆਉਂਦਾ ਹੈ, ਉਸ ਦੀ ਕੋਈ ਵਿਸ਼ੇਸ਼ ਡਿਊਟੀ ਵੀ ਹੁੰਦੀ ਹੈ, ਉਸ ਦੇ ਪਾਸ ਕੋਈ ਵਿਸ਼ੇਸ਼ ਅਧਿਕਾਰ ਵੀ ਹੁੰਦਾ ਹੈ। ਉਸ ਨੂੰ ਭੇਜਣ ਵਾਲੇ ਵੱਲੋਂ ਕੋਈ ਅਸ਼ੋਰਿਟੀ ਵੀ ਮਿਲੀ ਹੁੰਦੀ ਹੈ। ਅਕਾਲ ਪੁਰਖ ਵਾਹਿਗੁਰੂ ਜਦੋਂ ਆਪਣੇ ਦਰੋਂ ਘਰੋਂ ਵਰੋਸਾ ਕੇ ਮਹਾਂਪੁਰਖਾਂ ਨੂੰ ਸੰਸਾਰ ਤੇ ਭੇਜਦਾ ਹੈ ਕਿ ਅਸ਼ੋਰ ਕਰਕੇ ਆ ਭਾਈ ਬੱਚੇ ਜਿਹੜੇ ਦੌੜੇ ਫਿਰਦੇ ਨੇ, ਇਹਨਾਂ ਨੂੰ ਸੰਭਾਲੋ। ਬੀਬੀਆਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਪਾਸ ਬੱਚੇ ਨੇ, ਆਪਣੇ ਬੱਚਿਆਂ ਨੂੰ ਆਪਣੇ ਪਾਸ ਬਿਠਾ ਕੇ ਰੱਖੋ। ਔਰ ਸੇਵਾਦਾਰਾਂ ਨੂੰ ਵੀ ਬੇਨਤੀ ਹੈ, ਪਿਛਲੇ ਪਾਸੇ ਜਿਹੜੇ ਬੱਚੇ ਦੌੜੇ ਭੱਜੇ ਫਿਰਦੇ ਨੇ, ਇਹਨਾਂ ਨੂੰ ਬਾਹਰ ਹੀ ਰਹਿਣ ਦਿਓ, ਇੱਥੇ ਸੰਗਤ ਨੂੰ ਡਿਸਟਰਬ ਕਰਦੇ ਨੇ। ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਕੀ ਕਹਿ ਕੇ ਭੇਜਦਾ ਹੈ? ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ, ਮੈਂ ਹਮੇਸ਼ਾ ਤੇਰੇ ਅੰਗ ਸੰਗ ਰਹਾਂਗਾ। ਆਪਣਾ ਕੋਈ ਕਰਮਚਾਰੀ ਹੋਵੇ, ਇਹ ਮੇਰੀ ਈਮੇਲ ਆਈਡੀ ਹੈ, ਤੂੰ ਮੇਰੇ ਨਾਲ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਹੈ।
ਤਸੱਲੀ ਦੇ ਕੇ ਭੇਜਦੇ ਆ ਨਾ। ਅਕਾਲ ਪੁਰਖ ਵਾਹਿਗੁਰੂ ਵੀ ਪੂਰੀ ਤਸੱਲੀ ਦੇ ਕੇ ਭੇਜਦਾ ਹੈ। ਕੀ ਕਹਿ ਕੇ, ਹਮ ਤੁਮ ਤੇ ਨਾਹੀਂ ਦੂਰ, ਕਿ ਮੈਂ ਹਮੇਸ਼ਾ ਤੇਰੇ ਅੰਗ ਸੰਗ ਰਹਾਂਗਾ। ਉਹਦੇ ਪਾਸੋਂ ਇਹ ਆਸ਼ਵਾਸਨ ਪ੍ਰਾਪਤ ਕਰਕੇ ਉਹ ਵੀ ਹਮੇਸ਼ਾ ਉਸ ਨੂੰ ਆਪਣੇ ਅੰਗ ਸੰਗ ਹੀ ਸਮਝਦੇ ਨੇ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਹੈ ਤੇ ਸਾਰਿਆਂ ਦੀ ਅੰਗ ਸੰਗ, ਪਰ ਫਰਕ ਕੀ ਹੈ? ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ। ਪਰ ਜੀਵ ਨੇ ਉਸ ਨੂੰ ਆਪਣੇ ਤੋਂ ਦੂਰ ਸਮਝ ਰੱਖਿਆ ਹੈ। ਉਹ ਦੂਰ ਹੈ ਨਹੀਂ, ਉਹ ਤੇ ਕਹਿ ਰਵਿਦਾਸ ਹਾਥ ਪੈ ਨੇੜੇ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਇਹ ਜੀਵ ਦੇ ਨਜ਼ਦੀਕ ਤਰ ਹੈ। ਪਰ ਇਸ ਦਾ ਮੁਗਾਲਸਾ, ਜਿਸ ਦੀ ਭੁੱਲ, ਇਸ ਦੀ ਅਗਿਆਨਤਾ, ਇਸ ਦੀ ਗਾਫਲਤਾਈ, ਜੀਵ ਨੇ ਉਸ ਨੂੰ ਦੂਰ ਸਮਝ ਰੱਖਿਆ ਹੈ। ਪਰ ਉਹ ਪਰਮੇਸ਼ਰ ਦੇ ਪਿਆਰੇ ਉਸ ਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਦੇ ਨੇ। ਉਹਨਾਂ ਨੂੰ ਭੇਜਦਾ ਅਕਾਲ ਪੁਰਖ ਵਾਹਿਗੁਰੂ ਕਿਸੇ ਖਾਸ ਮਨੋਰਥ ਵਾਸਤੇ। ਨਾਨਕ ਭਰਮ ਭਾਉ ਮਿਟ ਗਏ, ਰਮਣ ਰਾਮ ਭਰਪੂਰ। ਕੀ ਸੇਵਾ ਲਾ ਕੇ ਭੇਜਦਾ ਹੈ? ਸਾਜਨ ਸੰਤ ਕਰੋ ਇਹੋ ਕਾਮ, ਆਣ ਤਿਆਗ ਜਪੋ ਹਰ ਨਾਮ। ਸਿਮਰ 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 ਸੁਖ ਪਾਵੋ, ਆਪ ਜਪੋ ਅਬ ਰਹਿ ਨਾਮ ਜਪਾਵੋ। ਜੀਵ ਬੱਧੇ ਕਰਮਾਂ ਦੇ ਆਉਂਦੇ, ਸਾਧੂ ਭੇਜੇ ਆਪ ਰੱਬ ਨੇ। ਜੀਵ ਬੱਧੇ ਕਰਮਾਂ ਦੇ ਆਉਂਦੇ ਨੇ, ਸਾਧੂ ਭੇਜੇ ਆਪ ਰੱਬ ਨੇ। ਬੁੱਧ ਕਰਮਾਂ ਦੇ ਆਉਂਦੇ, ਹਾਂ ਕਰਮਾਂ ਦੇ ਬਦਲੇ ਆਉਂਦੇ ਨੇ। ਸਾਧੂ ਭੇਜੇ ਆਪ ਰੱਬ ਨੇ। ਜੀਵ ਬੱਧ ਕਰਮਾਂ ਦੇ ਆਉਂਦੇ, ਸਾਧੂ ਭੇਜੇ ਆਪ ਰੱਬ ਨੇ। ਸਾਧ ਸੰਗਤ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਭੇਜਿਆ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਨਿਵਾਜ ਕੇ ਭੇਜਦਾ ਹੈ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸੰਸਾਰ ਤੇ ਆਗਮਨ ਦੀ ਬਾਬਤ ਆਪਣੀ ਹੀ ਰਚਨਾ ਵਿਚਿੱਤਰ ਨਾਟਕ ਦੇ ਵਿੱਚ ਕੀ ਲਿਖਿਆ, ਕਿਸ ਤਰ੍ਹਾਂ ਬਿਆਨ ਕੀਤਾ ਆਪਣੇ ਸੰਸਾਰ ਤੇ ਆਗਮਨ ਨੂੰ। ਉਹਨਾਂ ਨੂੰ ਵੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੀ ਭੇਜਿਆ ਗਿਆ ਸੀ, ਕਿਉਂਕਿ ਗੁਰਪੁਰਬ ਵੀ ਲੰਘ ਕੇ ਗਿਆ ਹੈ। ਆਪਾਂ ਨੂੰ ਥੋੜ੍ਹੀ ਵਿਚਾਰ ਉਸ ਪ੍ਰਸੰਗ ਬਾਬਤ ਵੀ ਕਰ ਲੈਣੀ ਚਾਹੀਦੀ ਹੈ। ਸਤਿਗੁਰੂ ਜੀ ਨੇ ਆਪਣੇ ਜੀਵਨ ਦਾ ਕੁਝ ਹਿੱਸਾ ਲਾ ਕੇ ਜਨਮ ਤੋਂ, ਬਲਬ ਕੇ ਜਨਮ ਤੋਂ ਵੀ ਪਹਿਲਾਂ, ਪੂਰਬਲੇ ਜਨਮ ਤੋਂ, ਔਰ ਜਿੱਥੋਂ ਇਹ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਸਤਿਗੁਰੂ ਜੀ ਨੇ
ਇਸ ਉਮਰ ਦੀ ਉਸ ਸਟੇਜ ਨੂੰ ਵੀ ਉੱਥੇ ਬਿਆਨ ਕੀਤਾ ਹੈ। ਦੇਖੋ, ਆਪਾਂ ਜੀਵਨ ਦੀ ਸ਼ੁਰੂਆਤ ਮੰਨਦੇ ਹਾਂ ਜਿਸ ਦਿਨ ਇਸ ਮਾਤ ਲੋਕ ਤੇ ਜਨਮ ਹੁੰਦਾ ਹੈ, ਉੱਥੋਂ ਤੋਂ ਸ਼ੁਰੂ ਕਰਕੇ ਜਿਸ ਦਿਨ ਇਹ ਜੀਵ ਦੀ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਹੈ, ਉਸਦੇ ਜੀਵਨ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਨੂੰ ਆਪਾਂ, ਜਨਮ ਤੋਂ ਲੈ ਕੇ ਮੌਤ ਤੱਕ ਦੇ ਸਫ਼ਰ ਨੂੰ ਆਪਾਂ ਜੀਵਨ ਕਹਿੰਦੇ ਹਾਂ। ਪਰ ਸਾਧ ਸੰਗਤ ਸਤਿਗੁਰੂ ਜੀ ਨੇ ਜੀਵਨ ਇਹਦੇ ਜਨਮ ਤੋਂ ਨਹੀਂ, ਇਸ ਦੀ ਸ਼ੁਰੂਆਤ ਮੰਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਇੱਕ ਪਹਿਰਿਆਂ ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਹੈ, ਸ੍ਰੀ ਰਾਗ ਦੇ ਵਿੱਚ। ਉਮਰਾ ਰੂਪੀ ਰਾਤ ਦੇ ਸਤਿਗੁਰੂ ਜੀ ਨੇ ਦੇ 4 ਪਹਿਰ ਬਿਆਨ ਕੀਤੇ ਨੇ। ਜਿਹੜਾ ਉਮਰਾ ਰੂਪੀ ਰਾਤ ਦਾ ਪਹਿਲਾ ਪਹਿਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਬਿਆਨ ਕੀਤਾ ਹੈ, ਉਹ ਸਾਧ ਸੰਗਤ ਦੇ ਜਨਮ ਤੋਂ ਪਹਿਲਾਂ ਦੀ ਗੱਲ ਹੋ ਰਹੀ ਹੈ। ਪਹਿਲਾ ਪਹਿਰ ਹੈ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਭਾਸ। ਜਦੋਂ ਮਾਤਾ ਦੇ ਗਰਭ ਵਿੱਚ ਆਉਂਦਾ ਹੈ, ਉੱਥੋਂ ਸਤਿਗੁਰੂ ਜੀ ਜੀਵਨ ਦੀ ਸ਼ੁਰੂਆਤ ਮੰਨ ਰਹੇ ਨੇ। ਉਰਦ ਤਪ ਕਰੈ ਵਣਜਾਰਿਆ ਮਿੱਤਰਾ, ਜੀਵਨ ਦੀ ਜਿਸ ਸਟੇਜ ਦਾ ਜ਼ਿਕਰ ਗੁਰਬਾਣੀ ਵਿੱਚ ਬਹੁਤ ਥਾਵਾਂ ਤੇ ਆਇਆ ਹੈ। ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ, ਸਾਥ ਸਾਥ ਸਿਮਰੰਤ ਨਾਨਕ ਮਹਾ ਅਗਨ ਨਾ ਵਿਨਾਸ਼ਨੰ। ਇਹ ਜੀਵਨ ਦੀ ਸ਼ੁਰੂਆਤ ਜਨਮ ਤੋਂ ਹੋਵੇ, ਫਿਰ ਸਤਿਗੁਰੂ ਜੀ ਨੂੰ ਉਹ ਸਟੇਜ ਦੀ ਬਾਬਤ ਬਿਆਨ ਕਰਨ ਦੀ ਕੀ ਜ਼ਰੂਰਤ ਪਈ ਸੀ। ਤੇ ਥਾਂ ਥਾਂ ਤੇ ਆਉਂਦਾ ਹੈ। ਭਗਤ ਧੰਨਾ ਜੀ ਕਥਨ ਕਰਦੇ ਹਨ, ਰੇ ਚਿਤ ਚੇਤ ਕੀ ਨਾ ਦਇਆਲ ਦਮੋਦਰ ਵਿਵੈ ਨਾ ਜਾਣਸ ਕੋਈ, ਜੋ ਧਾਵੈ ਬ੍ਰਹਮੰਡ ਖੰਡ ਕਉ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਦਰ ਉਦਕ ਮਾਹੇ। ਇਹ ਜੀਵਨ ਦੀ ਪਹਿਲੀ ਸਟੇਜ। ਸਿਗਾਰਿਆ ਗਰਭ ਅਗਨ ਮੈਂ ਜਿਨਹਿ ਉਬਾਰਿਆ, ਇਹ ਜੀਵਨ ਦੀ ਪਹਿਲੀ ਸਟੇਜ ਹੈ। ਪਹਿਲਾ ਪਹਿਰਾ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਭਇਆ ਗੁਰਭਾਸ। ਉਰਧ ਤਪ ਕਰੈ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਸੇਤੀ ਅਰਦਾਸ ਵਖਾਣੈ, ਉਰਧ ਧਿਆਨ ਲਿਵ ਲਾਗਾ। ਨਾ ਮਰਜਾਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਂਗਾ। ਉਹ ਸਾਧ ਸੰਗਤ, ਜਦੋਂ ਇਹ ਜੀਵ ਜੈਸੀ ਕਲਮ ਬੁੜੀ ਹੈ ਮਸਤਕ, ਵਿਧਾਤਾ ਦੇ ਪਾਸੋਂ ਆਪਣੇ ਮਸਤਕ ਦੇ ਉੱਪਰ ਪੂਰਵਲੇ ਕੀਤੇ ਕਰਮਾਂ ਅਨੁਸਾਰ ਕਰਮਾਂ ਦੇ ਲੇਖ ਲਿਖਾ ਕੇ ਲਿਆਇਆ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਹੁਕਮ ਭਇਆ ਗੁਰਬਾਸ। ਜੀਵਨ ਦੀ ਸ਼ੁਰੂਆਤ ਜਨਮ ਤੋਂ ਪਹਿਲਾਂ ਹੋ ਚੁੱਕੀ ਹੈ। ਉਹ ਸਾਧ ਸੰਗਤ ਲੋਕੀ ਆਪਣੀ ਜੀਵਨ ਕਥਾ ਬਿਆਨ ਕਰਦੇ ਨੇ। ਬੜੇ ਅੱਜ ਕੱਲ੍ਹ ਤੁਹਾਨੂੰ ਸਮਾਜ ਦੇ ਹਰ ਖੇਤਰ ਦੇ ਨਾਲ, ਹਰ ਵਰਗ ਦੇ ਨਾਲ ਸੰਬੰਧ ਰੱਖਣ ਵਾਲੇ, ਭਾਵੇਂ ਕਿਸੇ ਦਾ ਸੰਬੰਧ ਰਾਜਨੀਤੀ ਦੇ ਨਾਲ ਹੈ, ਭਾਵੇਂ ਕਿਸੇ ਦਾ ਸੰਬੰਧ ਕਿਸੇ ਕਾਰੋਬਾਰ ਦੇ ਨਾਲ ਹੈ, ਭਾਵੇਂ ਕਿਸੇ ਦਾ ਸੰਬੰਧ ਖੇਡਾਂ ਦੇ ਨਾਲ ਹੈ, ਮਨੋਰੰਜਨ ਦੇ ਨਾਲ ਹੈ। ਬਹੁਤ ਲੋਕੀ ਤੁਹਾਨੂੰ ਮਿਲ ਜਾਣਗੇ ਜਿਹੜੇ ਆਪਣੀ ਆਟੋਬਾਇਓਗ੍ਰਾਫੀ, ਆਪਣੀ ਜੀਵਨ ਕਥਾ ਆਪ ਲਿਖਦੇ ਨੇ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਵੀ ਆਪਣੀ ਜੀਵਨ ਕਥਾ, ਆਪਣੀ ਆਟੋਬਾਇਓਗ੍ਰਾਫੀ ਲਿਖ ਰਹੇ ਨੇ। ਤੇ ਫਰਕ ਇਹ ਹੈ, ਸਤਿਗੁਰੂ ਜੀ ਆਪਣੀ ਜੀਵਨ ਕਥਾ ਆਪਣੇ ਪੂਰਵਲੇ ਜਨਮ ਤੋਂ ਬਿਆਨ ਕਰ ਰਹੇ ਨੇ। ਜਿਸ ਜੀਵਨ ਦੀ ਸਟੇਜ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਹੈ, ਸਤਿਗੁਰੂ ਜੀ ਨੇ ਉਹ ਸਟੇਜ ਵੀ ਬਿਆਨ ਕੀਤੀ ਹੈ। ਜਿੱਥੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ, ਜਿਸ ਕੁਲ ਜਿਸ ਖਾਨਦਾਨ ਦੇ ਵਿੱਚ ਆਪ ਦਾ ਜਨਮ ਹੋਇਆ, ਸੋਢੀ ਕੁਲ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਜਿਹੜੀ
ਗੁਰੂ ਨਾਨਕ ਦੇ ਘਰ ਦੀ ਰੂਹਾਨੀਅਤ ਦੀ ਪ੍ਰਾਪਰਟੀ, ਰੂਹਾਨੀਅਤ ਦਾ ਖਜ਼ਾਨਾ ਸੋਢੀ ਖਾਨਦਾਨ ਵਿੱਚ ਆ ਗਿਆ। ਜਾਣ ਨਾ ਦੇਸੋਂ ਸੋਢੀਆਂ ਹੋਰ ਅਜਰ ਨਾ ਜਰਿਆ ਜਾਵੇ, ਘਰ ਹੀ ਕੀ ਵਸ ਘਰੇ ਰਹਾਵੇ। ਉਸ ਸੋਢੀ ਖਾਨਦਾਨ, ਉਸ ਸੋਢੀ ਕੁਲ ਦਾ ਵੀ ਸਤਿਗੁਰੂ ਜੀ ਨੇ ਬੜੇ ਵਿਸਥਾਰ ਵਿੱਚ ਬਿਆਨ ਕੀਤਾ ਕਿ ਸੋਢੀ ਖਾਨਦਾਨ ਕਿੱਥੋਂ ਸ਼ੁਰੂ ਹੋਇਆ। ਬੇਦੀ ਕੁਲ ਦਾ ਵੀ, ਇਹ ਤਿੰਨ ਬੇਦੀਆਂ ਕੀ ਕੁਲ ਵਿਖਿਆ ਪ੍ਰਗਟੇ ਨਾਨਕ ਰਾਏ। ਕੌਣ ਸਨ ਉਹ ਬੇਦੀ? ਜਿਨ੍ਹਾਂ ਨੇ ਕਿਸੇ ਵੇਲੇ ਜਿਨ੍ਹਾਂ ਵੇਦ ਪਠਿਓ ਤਿਨਹਿ ਬੇਦੀ ਕਹਾਇਓ, ਤਿਨਹਿ ਧਰਮ ਕੇ ਕਰਮ ਨੀਕੇ ਚਲਾਇਓ। ਬਹੁਤ ਵਿਸਥਾਰ ਦੇ ਵਿੱਚ ਸਤਿਗੁਰੂ ਜੀ ਨੇ ਬਿਆਨ ਕੀਤਾ ਹੈ ਕਿ ਕਿਵੇਂ ਬੇਦੀ ਖਾਨਦਾਨ ਦਾ ਔਰ ਕਿਵੇਂ ਸੋਢੀ ਖਾਨਦਾਨ ਦਾ ਆਰੰਭ ਹੋਇਆ, ਕੀ ਇਹਨਾਂ ਦਾ ਪਿਛੋਕੜ ਹੈ। ਫਿਰ ਸਤਿਗੁਰੂ ਜੀ ਸਾਰੇ ਬਿਰਤਾਂਤ ਦਾ ਜ਼ਿਕਰ ਕਰਕੇ ਆਪਣੇ ਗੁਰਸਿੱਖਾਂ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ, ਗੁਰਸਿੱਖੋ ਹੁਣ ਮੈਂ ਆਪਣੀ ਜੀਵਨ ਕਥਾ ਬਿਆਨ ਕਰ ਰਿਹਾ, ਅਬ ਮੈਂ ਆਪਣੀ ਕਥਾ ਬਖਾਨੋ। ਜਿਸ ਤਰ੍ਹਾਂ ਤਪੱਸਿਆ ਕਰਦਿਆਂ ਨੂੰ ਸਾਨੂੰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਇਸ ਮਾਤ ਲੋਕ ਤੇ ਜਨਮ ਲੈਣ ਲਈ, ਉਹ ਸਾਰਾ ਬਿਰਤਾਂਤ ਖੋਲ ਕੇ ਦੱਸ ਰਿਹਾ ਹਾਂ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜੇ ਵਿਦ ਮੋਹਿਆਨੋ। ਤਪ ਕਰਦੇ ਨੂੰ ਬੁਲਾ ਲਿਆ ਮੈਨੂੰ ਹਰੀ ਨੇ, ਕਥਾ ਮੈਂ ਸੁਣਾਵਾ ਆਪਣੀ। ਤਪ ਕਰਦੇ ਨੂੰ ਬੁਲਾ ਲਿਆ ਮੈਨੂੰ ਹਰੀ ਨੇ, ਕਥਾ ਮੈਂ ਸੁਣਾਵਾ ਆਪਣੀ। ਕਥਾ ਮੈਂ ਸੁਣਾਵਾ ਤਪ ਕਰਦੇ ਨੂੰ ਬੁਲਾ ਲਿਆ ਮੈਨੂੰ ਹਰੀ ਨੇ, ਬੁਲਾ ਲਿਆ ਮੈਨੂੰ ਹਰੀ ਨੇ। ਕਥਾ ਮੈਂ ਸੁਣਾਵਾ ਆਪਣੀ, ਤਪ ਕਰਦੇ ਨੂੰ ਬੁਲਾ ਲਿਆ ਮੈਨੂੰ ਹਰੀ ਨੇ। ਕਥਾ ਮੈਂ ਸੁਣਾਵਾ ਆਪਣੀ। ਮੇਰੇ ਪਿਆਰੇ ਕਥਾ ਮੈਂ ਸੁਣਾਵਾ ਆਪਣੀ, ਮੇਰੇ ਪਿਆਰੇ ਕਥਾ ਮੈਂ ਸੁਣਾਵਾ ਆਪਣੀ। ਵਾਹ 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 ਕਥਾ ਮੈਂ ਸੁਣਾਵਾ ਆਪਣੀ। ਵਾਹ 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 ਕਥਾ ਮੈਂ ਸੁਣਾਵਾ ਆਪਣੀ। ਤਪ ਕਰਦੇ ਨੂੰ ਬੁਲਾ ਲਿਆ ਮੈਨੂੰ ਹਰੀ ਨੇ, ਕਥਾ ਮੈਂ ਸੁਣਾਵਾ ਆਪਣੀ। ਤਪ ਕਰਦੇ ਨੂੰ ਬੁਲਾ ਲਿਆ ਮੈਨੂੰ
ਸਤਿਗੁਰੂ ਜੀ ਨੇ ਬੜੇ ਵਿਸਥਾਰ ਵਿੱਚ ਜ਼ਿਕਰ ਕੀਤਾ ਵੀ ਤਪ ਕਿੱਥੇ ਕੀਤਾ। ਹੇਮਕੁੰਡ ਪਰਬਤ ਹੈ ਜਹਾਂ, ਕਿਹੜਾ ਹੇਮਕੁੰਡ ਜਿੱਥੇ ਸਪਤ ਸ੍ਰਿੰਗ ਸੋਭਤ ਹੈ ਤਹਾਂ, ਜਿੱਥੇ ਪਹਾੜ ਦੀਆਂ 7 ਚੋਟੀਆਂ ਸੁਭਾਏਮਾਨ ਹਨ। ਕੋਈ ਹੋਰ ਵਿਸ਼ੇਸ਼ਤਾ ਉਸ ਥਾਂ ਦੀ? ਸਪਤ ਸ੍ਰਿੰਗ ਤੇ ਨਾਮ ਕਹਾਵਾ, ਪੰਡ ਰਾਜ ਜਿਹੇ ਜੋਗ ਕਮਾਵਾ, ਜਿੱਥੇ ਪਾਂਡਵਾਂ ਨੇ ਦੁਆਪਰ ਯੁੱਗ ਦੇ ਅਖੀਰ ਵਿੱਚ ਤਪ ਕੀਤਾ। ਉਸ ਥਾਂ ਤੇ ਅਸੀਂ ਵੀ ਤੈ ਹਮ ਅਰਕ ਤਪੱਸਿਆ ਸਾਧੀ, ਮਹਾਂਕਾਲ ਕਾਲ ਕਾ ਆਰਾਧੀ, ਕਾਲ ਦਾ ਨਾਸ਼ ਕਰਨ ਵਾਲੀ ਮਹਾਂਕਾਲ ਸ਼ਕਤੀ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕੀਤੀ। ਉਸ ਦੀ ਆਰਾਧਨਾ ਕਰਦੇ ਕਰਦੇ ਇਹ ਬਿਦ ਕਰਤ ਤਪੱਸਿਆ ਭਇਓ, ਉਸ ਅਕਾਲ ਪੁਰਖ ਦਾ ਰੂਪ ਹੋ ਗਏ। ਦੁਐ ਤੇ ਏਕ ਰੂਪ ਹੋ ਗਏ। ਕਿਸੇ ਦੇ ਮਨ ਵਿੱਚ ਸੰਦੇਹ ਨਾ ਰਹੇ ਵੀ ਸਤਿਗੁਰੂ ਜੀ ਨੇ ਕਿਹਦੀ ਉਪਾਸਨਾ ਕੀਤੀ, ਕਿਸੇ ਸ਼ਕਤੀ ਦੀ ਉਪਾਸਨਾ ਕੀਤੀ। ਚਿੱਤ ਬਿਰਤੀ ਉਹਨਾਂ ਨੇ ਕਿਸੇ ਸ਼ਕਤੀ ਦੇ ਨਾਲ ਜੋੜੀ। ਉਹ ਸਾਧ ਸੰਗਤ ਸਤਿਗੁਰੂ ਜੀ ਨੇ ਤੇ ਕੋਈ ਸੰਦੇਹ ਛੱਡਿਆ ਹੀ ਨਹੀਂ। ਚਿਤ ਨਾ ਭਾਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਕਿ ਸਾਡੀ ਸੁਰਤੀ ਸਾਡੀ ਬਿਰਤੀ ਤੇ ਪ੍ਰਭੂ ਚਰਨਾਂ ਦੇ ਵਿੱਚ ਜੁੜੀ ਹੋਈ ਸੀ। ਉਸ ਪ੍ਰਮਾਤਮਾ ਦੇ ਕਮਲ ਸਮਾਨ ਚਰਨਾਂ ਦੇ ਨਾਲ ਜੁੜਨ ਦਾ ਆਨੰਦ, ਉਹ ਮੌਜ ਜਿਹੜੀ ਸਾਨੂੰ ਉਸ ਵੇਲੇ ਪ੍ਰਾਪਤ ਸੀ, ਅਸੀਂ ਛੱਡਣਾ ਨਹੀਂ ਸੀ ਚਾਹੁੰਦੇ। ਚਿਤ ਨਾ ਭਾਇਓ ਹਮਰੋ ਆਵਨ ਕਹਿ, ਉਹ ਮੌਜ ਹੈ ਹੀ ਐਸੀ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿ ਦੇਖੋ ਸੋਭਾ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਆਨੰਦ ਸਾਨੂੰ ਉਸ ਵੇਲੇ ਪ੍ਰਾਪਤ ਸੀ, ਅਸੀਂ ਛੱਡਣਾ ਤੇ ਨਹੀਂ ਸੀ ਚਾਹੁੰਦੇ, ਪਰ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋ ਗਿਆ। ਤਿੰਨ ਪ੍ਰਭ ਜਬ ਆਏ ਸਮੋਹਿ ਦੀਆ, ਤਬ ਹਮ ਜਨਮ ਕਲੂ ਮਹਿ ਲੀਆ। ਅਕਾਲ ਪੁਰਖ ਦਾ ਹੁਕਮ ਤੇ ਮੋੜ ਨਹੀਂ ਸੀ ਸਕਦੇ। ਫਿਰ ਅਕਾਲ ਪੁਰਖ ਵਾਹਿਗੁਰੂ ਆਪ ਨੂੰ ਭੇਜ ਰਿਹਾ ਹੈ ਇਸ ਮਾਤ ਲੋਕ ਤੇ ਕਿਸੇ ਖਾਸ ਮਨੋਰਥ ਵਾਸਤੇ। ਜੇ ਅਕਾਲ ਪੁਰਖ ਭੇਜ ਰਿਹਾ ਹੈ, ਫਿਰ ਆਪਣੀ ਵੱਲੋਂ ਕੋਈ ਤਸੱਲੀ ਵੀ ਦਿੱਤੀ ਹੋਵੇਗੀ, ਆਪਣੀ ਵੱਲੋਂ ਕੋਈ ਯਕੀਨ ਵੀ ਦਿਵਾਇਆ ਹੋਵੇਗਾ। ਸਾਧ ਸੰਗਤ ਉਹਦਾ ਵੀ ਜ਼ਿਕਰ ਕੀਤਾ ਸਤਿਗੁਰੂ ਜੀ ਨੇ। ਅਕਾਲ ਪੁਰਖ ਵਾਹਿਗੁਰੂ ਨੇ ਕੀ ਕਹਿ ਕੇ ਭੇਜਿਆ ਕਿ ਐ ਦੁਸ਼ਟ ਦਮਨ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਸੰਸਾਰ ਤੇ, ਆਪਣਾ ਸਪੁੱਤਰ ਬਣਾ ਕੇ ਭੇਜ ਰਿਹਾ। ਮੈਂ ਆਪਣਾ ਸੁਤ ਤੋਹੇ ਨਿਵਾਜਾ। ਕਿਸ ਮਨੋਰਥ ਵਾਸਤੇ? ਜਿਹੜਾ ਸੱਚਾਈ ਔਰ ਧਰਮ ਦਾ ਮਾਰਗ ਅਸੀਂ ਗੁਰੂ ਨਾਨਕ ਸਰੂਪ ਦੇ ਵਿੱਚ ਸੰਸਾਰ ਤੇ ਦ੍ਰਿੜ ਕਰਵਾਇਆ, ਉਸ ਮਾਰਗ ਨੂੰ ਅੱਗੇ ਵਧਾਉਣ ਵਾਸਤੇ, ਅੱਗੇ ਤੋਰਨ ਵਾਸਤੇ, ਉਸ ਧਰਮ ਨੂੰ ਪ੍ਰਫੁੱਲਤ ਕਰਨ ਵਾਸਤੇ ਮੈਂ ਆਪਣਾ ਸੁਤ ਤੋਹੇ ਨਿਵਾਜਾ। ਪੰਥ ਪਰਚੁਰ ਕਰਬੇ ਕਉ ਸਾਜਾ, ਜਾਏ ਤਹਾਂ ਤੈਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਹਾਂ ਤਾਂ ਤੇ ਸਤਿਗੁਰੂ ਜੀ ਨੇ ਇਸ ਮਾਤ ਲੋਕ ਤੇ ਆ ਕੇ ਜੋ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਸੀ, ਉਸ ਦੀ ਆਗਿਆ ਦਾ ਹੀ ਪਾਲਣ ਕੀਤਾ। ਨਾਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਅਰਦਾਸ ਵੀ ਕੀਤੀ ਕਿ ਗਰੀਬ ਨਿਵਾਜ ਹੈ ਪਤਤ ਪਾਵਨ ਹੈ ਭਗਤ ਵਛਲ, ਜਿਸ ਮਨੋਰਥ ਵਾਸਤੇ ਆਪ ਮੈਨੂੰ ਮਾਤ ਲੋਕ ਤੇ ਭੇਜ ਰਹੇ ਹੋ, ਉਹ ਮਨੋਰਥ ਤਾਂ ਸਿੱਧ ਹੋ ਸਕਦਾ ਹੈ ਜੇ ਆਪ ਦਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰਹੇਗਾ, ਜੇ ਆਪ ਮੇਰੇ ਅੰਗ ਸੰਗ ਸਹਾਈ ਰਹੋਗੇ। ਠਾਠ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ। ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਫਿਰ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਸਤਿਗੁਰੂ ਜੀ ਨੇ ਆਪਣਾ ਸਹਾਇਕ ਸਮਝਿਆ, ਹਮੇਸ਼ਾ ਆਪਣੇ ਅੰਗ ਸੰਗ ਜਾਣਿਆ। ਉਹ ਭਾਵੇਂ 22 ਧਾਰ ਦੇ ਪਹਾੜੀ ਰਾਜਿਆਂ ਦੇ ਨਾਲ, ਭਾਵੇਂ ਮੁਗਲ ਹਾਕਮਾਂ ਦੇ ਨਾਲ ਟੱਕਰ ਲੈਣੀ ਪੈ ਗਈ, ਆਪ ਨੂੰ ਇਸ ਗੱਲ ਦਾ ਨਿਸ਼ਚਾ ਕਿ ਮੇਰੇ ਸਿਰ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੈ। ਹੁਮਾ ਰਾਖ ਸੇ ਸਾਇਆ ਆਯਦ ਬਜ਼ੇਰ, ਬਰੋ ਦਸਤ ਦਾਰਦ ਨਾ ਜਾਗੇ ਦਲੇਰ। ਜ਼ਫਰਨਾਮੇ ਵਿੱਚ ਸਤਿਗੁਰੂ ਜੀ ਨੇ ਆਪਣੇ ਇਸ ਵਿਚਾਰ ਦੀ ਪੁਸ਼ਟੀ ਵੀ ਕੀਤੀ, ਦੀ ਪ੍ਰੋੜਤਾ ਵੀ ਕੀਤੀ। ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਕਿਹਾ ਕਿ ਐ ਔਰੰਗਜ਼ੇਬ, ਤੈਂ ਸੁਣਿਆ ਹੋਵੇਗਾ
ਕਿ ਕਿਸੇ ਦੇ ਸਿਰ ਤੇ ਹੁਮਾਂ ਦਾ ਸਾਇਆ ਹੋਵੇ, ਕਾਂ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਸਾਡੇ ਸਿਰ ਦੇ ਉੱਪਰ ਅਕਾਲ ਪੁਰਖ ਵਾਹਿਗੁਰੂ ਰੂਪੀ ਹੁਮਾਂ ਦਾ ਸਾਇਆ ਹੈ। ਤੇਰੇ ਵਰਗੇ ਕਾਂ ਦੀ ਕੀ ਜ਼ਰੂਰਤ ਹੈ, ਕੀ ਦਲੇਰੀ ਹੈ ਕਿ ਸਾਡਾ ਵਾਲ ਵੀ ਵਿੰਗਾ ਕਰ ਸਕੇ। ਹਾਂ, ਤਾਂ ਤੇ ਸਾਰ ਸੰਗਤ ਧਿਆਨ ਦਿਓ, ਅਕਾਲ ਪੁਰਖ ਵਾਹਿਗੁਰੂ ਜੇ ਸੰਸਾਰ ਤੇ ਕਿਸੇ ਨੂੰ ਭੇਜਦਾ ਆਪਣਾ ਪੁੱਤਰ ਬਣਾ ਕੇ, ਆਪਣੇ ਦਰੋਂ ਘਰੋਂ ਸਾਜ ਕੇ ਨਿਵਾਜ ਕੇ, ਫਿਰ ਇਹ ਗੱਲ ਦਾ ਯਕੀਨ ਵੀ ਦਿਵਾਉਂਦਾ ਕਿ ਮੈਂ ਹਮੇਸ਼ਾ ਤੇਰੇ ਅੰਗ ਸੰਗ ਰਹਾਂਗਾ, ਹਮੇਸ਼ਾ ਤੇਰਾ ਸਹਾਈ ਬਣਾਂਗਾ। ਹਾਂ, ਪਰਮੇਸ਼ਰ ਦੇ ਪਿਆਰਿਆਂ ਨੂੰ ਭੇਜਦਾ ਸੰਸਾਰ ਤੇ, ਸਾਧ ਬਿਠਾਏ ਆਪ ਹਰ, ਕੀ ਕਹਿ ਕੇ ਹਮ ਤੁਮ ਤੇ ਨਾ ਹੀ ਦੂਰ, ਮੈਂ ਕਦੀ ਤੇਰੇ ਤੋਂ ਦੂਰ ਨਹੀਂ ਹੋਵਾਂਗਾ, ਹਮੇਸ਼ਾ ਤੇਰੇ ਅੰਗ ਸੰਗ ਰਹਾਂਗਾ। ਸੰਸਾਰ ਤੇ ਜਾ ਕੇ ਅਗਿਆਨਤਾ ਦੇ ਹਨੇਰੇ 'ਚ ਠੇਡੇ ਖਾਰੀ ਲੋਕਾਈ ਨੂੰ ਗਿਆਨ ਦੀ ਰੋਸ਼ਨੀ ਬਖਸ਼ੋ। ਆਦਿ ਵਿਆਦ ਉਪਾਦ ਤਿੰਨਾਂ ਰੋਗਾਂ ਵਿੱਚ ਗ੍ਰਸੀ ਦੁਨੀਆ ਨੂੰ ਨਾਮ ਦੀ ਦਾਰੂ ਵੰਡੋ, ਆਪ ਨਾਮ ਜਪੋ, ਜਪ ਕੇ ਆਪ ਵੀ ਜੀਵਨ ਮੁਕਤੀ ਦਾ ਆਨੰਦ ਮਾਣੋ, ਔਰ ਹੋਰ ਜਗਿਆਸੂ ਜਨਾਂ ਨੂੰ ਵੀ ਜਪਣ ਦੀ ਪ੍ਰੇਰਨਾ ਦਿਓ। ਸਿਮਰ 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 ਸੁਖ ਪਾਵੋ, ਆਪ ਜਪੋ ਅਵ ਰਹਿ ਨਾਮ ਜਪਾਵੋ। ਆਓ ਸਾਧ ਸੰਗਤ ਜਿਨ੍ਹਾਂ ਦੀ ਯਾਦ ਵਿੱਚ ਜਿਨ੍ਹਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਪਾਂ ਬੈਠੇ ਹਾਂ, ਉਹਨਾਂ ਨੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਅਵਤਾਰ ਦਿਹਾੜੇ ਵਾਲੇ ਦਿਨ ਹੀ ਇਸ ਮਾਤ ਲੋਕ ਤੇ ਜਨਮ ਲੈ ਕੇ ਬਸ ਸਾਰਾ ਜੀਵਨ ਫਿਰ ਸਰਬੰਸ ਦਾਨੀ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੂੰ ਹੀ ਸਮਰਪਿਤ ਕਰ ਦਿੱਤਾ। ਬਚਪਨ ਦੇ ਵਿੱਚ ਹੀ ਆਪ ਨੂੰ ਸਿੱਖੀ ਦੇ ਸੰਸਕਾਰ ਪ੍ਰਾਪਤ ਹੋ ਗਏ। ਇੱਥੋਂ ਦੇ ਨਜ਼ਦੀਕ ਇੱਕ ਡੇਰੇ ਤੋਂ ਹੀ ਆਪ ਨੇ ਗੁਰਮੁਖੀ ਪੜ੍ਹੀ, ਗੁਰਬਾਣੀ ਦੀ ਸੰਥਿਆ ਲਈ। ਉਦਾਸੀ ਮਹਾਂਪੁਰਖਾਂ ਦੇ ਇੱਕ ਡੇਰੇ ਤੋਂ ਸੰਤ ਤੋਤਾ ਰਾਮ, ਸਰਮੁਖ ਦਾਸ, ਉਹਨਾਂ ਦੇ ਪਾਸੋਂ ਆਪ ਨੂੰ ਗੁਰਮਤਿ ਦੀ ਵਿੱਦਿਆ ਪ੍ਰਾਪਤ ਹੋਈ। ਗੁਰਬਾਣੀ ਦੇ ਨਿਤਨੇਮੀ ਬਣ ਗਏ। ਸਿੱਖੀ ਦੇ ਸੰਸਕਾਰ ਦ੍ਰਿੜ ਹੁੰਦੇ ਚਲੇ ਗਏ। ਫਿਰ ਪਟਿਆਲੇ ਤੋਪਖਾਨੇ ਫੌਜ ਦੀ ਨੌਕਰੀ ਵੀ ਕੀਤੀ। ਉੱਥੋਂ ਦੇ ਬਹੁਤ ਸਾਰੇ ਫੌਜੀ ਸਿੰਘ ਜਿਹੜੇ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸੰਗੀ ਸਨ, ਉਹਨਾਂ ਪਾਸੋਂ ਮਹਾਂਪੁਰਖਾਂ ਦੀ ਉਪਮਾ ਸੁਣ ਕੇ ਰੇਰੂ ਸਾਹਿਬ ਜਾ ਕੇ ਉਹਨਾਂ ਮਹਾਂਪੁਰਖਾਂ ਦੇ ਦਰਸ਼ਨ ਵੀ ਕੀਤੇ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਬਸ ਇੱਕ ਵਾਰ ਮਹਾਂਪੁਰਖਾਂ ਦੇ ਪਾਸ ਗਏ, ਉਹਨਾਂ ਨੇ ਦਰਸ਼ਨ ਕੀਤੇ, ਫਿਰ ਉਹਨਾਂ ਦੇ ਹੀ ਹੋ ਗਏ। ਉਹ ਸੰਤ ਜੀ ਮਹਾਰਾਜ ਦੱਸਿਆ ਕਰਦੇ ਸਨ, ਕਈ ਵਾਰ ਆਪਣੀ ਮੌਜ ਦੇ ਵਿੱਚ ਆ ਕੇ ਜਿਹੜੇ ਆਪਣੇ ਜੀਵਨ ਦੇ ਐਕਸਪੀਰੀਅੰਸ, ਆਪਣੇ ਜੀਵਨ ਦੇ ਤਜਰਬੇ ਗੁਰਸਿੱਖਾਂ ਦੇ ਨਾਲ, ਹੋਰ ਜਗਿਆਸੂ ਜਨਾਂ ਦੇ ਨਾਲ ਸ਼ੇਅਰ ਕਰਦੇ, ਉਹਨਾਂ ਨੂੰ ਸੁਣਾਉਂਦੇ ਪਿਛਲਾ ਸਾਰਾ ਬਿਰਤਾਂਤ। ਵੀ ਜਦੋਂ ਤੋਂ ਜਾ ਕੇ ਅਸੀਂ ਮਹਾਂਪੁਰਖਾਂ ਦੇ ਦਰਸ਼ਨ ਕਰ ਲਏ ਨਾ, ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ, ਅਤੇ ਜਿਹੜੀਆਂ ਸਾਲ ਦੇ ਸਾਲ ਛੁੱਟੀਆਂ ਹੁੰਦੀਆਂ, ਤਕਰੀਬਨ 2-2.5 ਮਹੀਨਿਆਂ ਦੀਆਂ ਛੁੱਟੀਆਂ ਹੋਇਆ ਕਰਦੀਆਂ ਨੇ ਫੌਜੀਆਂ ਨੂੰ, ਕਿ ਉਹ ਛੁੱਟੀਆਂ ਦਾ ਸਮਾਂ ਅਸੀਂ ਆਪਣੇ ਜਨਮ ਨਗਰ ਮਸੀਤਾਂ ਜਾਂ ਸਿੱਧਵਾਲ ਨਹੀਂ ਸਨ ਜਾਂਦੇ। ਪਹਿਲਾਂ ਤਾਂ ਛੁੱਟੀਆਂ ਹੁੰਦੀਆਂ, ਮਸੀਤਾਂ ਚਲੇ ਜਾਂਦੇ ਜਾਂ ਆਪਣੇ ਭਰਾਵਾਂ ਦੇ ਪਾਸ ਸਿੱਧਵਾਲੇ ਚਲੇ ਜਾਂਦੇ। ਪਰ ਜਦੋਂ ਤੋਂ ਉਹਨਾਂ ਮਹਾਂਪੁਰਖਾਂ ਦੇ ਪਾਸੋਂ ਸਿਮਰਨ ਅਭਿਆਸ ਦੀਆਂ ਜੁਗਤੀਆਂ ਪੁੱਛ ਲਈਆਂ, ਉਹਨਾਂ ਦੀ ਸੰਗਤ ਪ੍ਰਾਪਤ ਕਰ ਲਈ, ਫਿਰ ਛੁੱਟੀਆਂ ਦਾ ਸਮਾਂ ਜਾ ਕੇ ਰੇਰੂ ਸਾਹਿਬ ਸੇਵਾ ਕਰਦੇ। ਪੋਹ ਦੇ ਮਹੀਨੇ ਦੇ ਵਿੱਚ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਮਨਾਉਂਦੀਆਂ ਨੇ ਸਿੱਖ ਸੰਗਤਾਂ। ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲਾ, ਸ੍ਰੀ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ। ਉਹਨਾਂ ਦਿਨਾਂ ਦੇ ਵਿੱਚ ਸਾਰੇ ਫੌਜੀ ਸਿੰਘਾਂ ਨੂੰ ਤਕਰੀਬਨ 1 ਹਫ਼ਤੇ ਦੀਆਂ ਛੁੱਟੀਆਂ ਹੁੰਦੀਆਂ। ਵੈਸੇ ਤਾਂ ਮਹਾਰਾਜਾ ਪਟਿਆਲਾ ਵੱਲੋਂ ਸਾਰਿਆਂ ਨੂੰ ਹੁਕਮ ਸੀ ਵੀ ਤੁਸੀਂ ਉੱਥੇ ਜਾ ਕੇ ਜੋੜ ਮੇਲੇ 'ਤੇ ਸੇਵਾ ਕਰਨੀ ਹੈ, ਪਰ ਉੱਥੇ ਹਾਜ਼ਰੀ ਕਿਸੇ ਦੀ ਨਹੀਂ ਸੀ ਲੱਗਦੀ। ਇਹ ਹਰ ਕਿਸੇ ਦੀ ਆਪਣੀ ਇੱਛਾ ਹੁੰਦੀ। ਕਈ ਉੱਥੇ ਪਹੁੰਚ ਜਾਂਦੇ ਸੇਵਾ ਕਰਨ ਵਾਸਤੇ, ਬਹੁਤ ਸਾਰੇ ਆਪਣੇ ਨਗਰਾਂ ਨੂੰ ਚਲੇ ਜਾਂਦੇ। ਸੰਤ ਜੀ ਮਹਾਰਾਜ ਦੱਸਿਆ ਕਰਦੇ, ਜਿਹੜੀਆਂ ਜੋੜ ਸ਼ਹੀਦੀ ਜੋੜ ਮੇਲੇ ਦੀ ਛੁੱਟੀਆਂ ਹੋਇਆ ਕਰਦੀਆਂ,
ਉਹਨਾਂ ਛੁੱਟੀਆਂ ਦੌਰਾਨ ਵੀ ਅਸੀਂ ਜਾ ਕੇ ਉੱਥੇ ਸ਼ਹੀਦੀ ਜੋੜ ਮੇਲਿਆਂ 'ਤੇ ਹੀ ਸੇਵਾ ਕਰਦੇ। ਉੱਥੇ ਜਾ ਕੇ ਸਿੱਖੀ ਦੇ ਸੰਸਕਾਰ ਹੋਰ ਵੀ ਪਰਪੱਕ ਹੋ ਗਏ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਦੇ ਸਾਹਿਬਜ਼ਾਦਿਆਂ ਦੁਆਰਾ ਕੀਤੀਆਂ ਕੁਰਬਾਨੀਆਂ ਔਰ ਸਤਿਗੁਰੂ ਜੀ ਦਾ ਤਿਆਗ, ਮਨੁੱਖਤਾ ਵਾਸਤੇ ਉਹਨਾਂ ਦੇ ਕੀਤੇ ਉਪਕਾਰ, ਉਹ ਸਾਰੇ ਬਿਰਤਾਂਤ ਸੁਣ ਕੇ ਆਪ ਦਾ ਮਨ ਦ੍ਰਵੀਭੂਤ ਹੋ ਜਾਂਦਾ। ਹੋਰ ਵੀ ਦ੍ਰਿੜ ਨਿਸ਼ਚਾ ਕਰ ਲਿਆ ਕਿ ਬਾਕੀ ਦਾ ਸਾਰਾ ਜੀਵਨ ਜਿਸ ਸਮਰੱਥ ਗੁਰੂ ਨੇ ਸਾਡੇ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ, ਉਸ ਗੁਰੂ ਔਰ ਉਹਨਾਂ ਦੇ ਦੱਸੇ, ਉਹਨਾਂ ਦੇ ਚਲਾਏ ਇਹ ਗੁਰਮਤਿ ਦੇ ਮਾਰਗ ਸਿੱਖੀ ਦੀ ਸੇਵਾ ਵਾਸਤੇ ਜੀਵਨ ਸਮਰਪਿਤ ਰੱਖਣਾ ਹੈ। ਫਿਰ ਸਾਧ ਸੰਗਤ ਇੱਕ ਤੇ ਇਹੋ ਜਿਹੇ ਸੰਸਕਾਰ, ਦੂਸਰੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੀ ਸੰਗਤ, ਤੀਸਰੇ ਉਹਨਾਂ ਦੀ ਆਪਣੀ ਘਾਲਣਾ, ਆਪਣੀ ਕਮਾਈ ਔਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼। ਫਿਰ ਕਿਵੇਂ ਸਾਰਾ ਜੀਵਨ ਉਹਨਾਂ ਨੇ ਸਿੱਖ ਜਗਤ ਦੀ ਸੇਵਾ ਕੀਤੀ। ਰਾੜਾ ਸਾਹਿਬ ਜਿਹੜਾ ਇੱਕ ਬੀਆਬਾਨ ਉਜਾੜ ਇਲਾਕਾ ਸੀ, ਪਹਿਲਾਂ ਵੱਡੇ ਸੰਤ ਜੀ ਮਹਾਰਾਜ ਔਰ ਛੋਟੇ ਸੰਤ ਜੀ ਮਹਾਰਾਜ, ਇਹਨਾਂ ਦੋਨਾਂ ਹੀ ਮਹਾਂਪੁਰਖਾਂ ਨੇ ਉਸ ਥਾਂ ਨੂੰ ਇੱਕ ਮਹਾਨ ਤੀਰਥ ਬਣਾ ਦਿੱਤਾ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੋ ਹੁੰਦਾ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਨੇ ਉਸ ਰਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਇਆ, ਉਸ ਸਥਾਨ ਨੂੰ ਗੁਰਮਤਿ ਦਾ ਇੱਕ ਕੇਂਦਰ ਸਥਾਪਿਤ ਕਰ ਦਿੱਤਾ। ਵੱਡੇ ਸੰਤ ਜੀ ਮਹਾਰਾਜ ਦੂਰ ਦੂਰ ਇਲਾਕਿਆਂ ਵਿੱਚ ਵਿਚਰ ਕੇ ਗੁਰਬਾਣੀ ਦਾ ਕੀਰਤਨ ਔਰ ਪ੍ਰਚਾਰ ਕਰਦੇ ਰਹੇ। ਔਰ ਜਿਨ੍ਹਾਂ ਦੀ ਯਾਦ ਵਿੱਚ, ਜਿਨ੍ਹਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਆਪਾਂ ਬੈਠੇ ਹਾਂ, ਛੋਟੇ ਸੰਤ ਜੀ ਮਹਾਰਾਜ, ਜਿਹੜੇ ਉਮਰ ਵਿੱਚ ਭਾਵੇਂ ਉਹਨਾਂ ਨਾਲੋਂ ਵੱਡੇ ਸਨ, ਪਰ ਉਹਨਾਂ ਦੀ ਨਿਮਰਤਾ, ਉਹਨਾਂ ਨੇ ਵੱਡੇ ਹੋ ਕੇ ਵੀ ਆਪਣੇ ਆਪ ਨੂੰ ਛੋਟੇ ਹੀ ਕਹਾਇਆ। ਇਹਨਾਂ ਨੇ ਫਿਰ ਅਸਥਾਨ ਦੀ ਸੇਵਾ ਕੀਤੀ, ਅਸਥਾਨ ਦੀ ਸੰਭਾਲ ਕੀਤੀ। ਉਸ ਇਲਾਕੇ ਵਿੱਚ ਜਿਹੜੀਆਂ ਹੋਰ ਮਨੁੱਖਤਾ ਦੀ ਸੇਵਾ ਵਾਸਤੇ ਸੰਸਥਾਵਾਂ ਬਣੀਆਂ, ਭਾਵੇਂ ਸਕੂਲ, ਭਾਵੇਂ ਕਾਲਜ, ਭਾਵੇਂ ਹਸਪਤਾਲ ਵਗੈਰਾ, ਉਹ ਸਾਰਿਆਂ ਦੀ ਸੇਵਾ, ਉਹਦਾ ਜ਼ਿੰਮਾ ਛੋਟੇ ਸੰਤ ਜੀ ਮਹਾਰਾਜ ਨੇ ਆਪ ਸੰਭਾਲ ਕੇ ਰੱਖਿਆ। ਇਹ ਭਾਰ ਆਪਣੇ ਮੋਢਿਆਂ 'ਤੇ ਚੁੱਕਿਆ। ਵੱਡੇ ਸੰਤ ਜੀ ਮਹਾਰਾਜ ਦੇ ਮਨ ਵਿੱਚ ਕਿਸੇ ਕਿਸਮ ਦੀ ਕਦੀ ਵਿਖੇਪਤਾ ਆਉਣ ਹੀ ਨਹੀਂ ਦਿੱਤੀ। ਆਓ ਸਾਧ ਸੰਗਤ ਉਹਨਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਆਪ ਸਭ ਗੁਰਮੁਖ ਮਾਈ ਭਾਈ ਪਿਛਲੇ ਸਾਲਾਂ ਦੀ ਤਰ੍ਹਾਂ ਮਨਾ ਰਹੇ ਹੋ। ਅੱਜ ਜੋੜ ਮੇਲੇ ਦਾ ਦੂਸਰਾ ਦਿਨ ਹੈ। ਕੱਲ੍ਹ ਨੂੰ ਜੋੜ ਮੇਲਾ ਤਕਰੀਬਨ ਇਸ ਵੇਲੇ ਦੀਵਾਨ ਦੇ ਭੋਗ ਪੈ ਜਾਣਗੇ। ਇਹ ਸਮਾਗਮ ਸੰਪੂਰਨ ਹੋ ਜਾਏਗਾ। ਜਿਸ ਤਰ੍ਹਾਂ ਪਹਿਲਾਂ ਬੇਨਤੀ ਕੀਤੀ ਹੈ ਕਿ 22, 23 ਔਰ 24 ਜਨਵਰੀ ਹਰ ਸਾਲ ਇਹਨਾਂ ਦਿਨਾਂ ਦੇ ਵਿੱਚ, ਕਿਉਂਕਿ ਸ਼ਹੀਦੀ ਜੋੜ ਮੇਲੇ ਹੋਣ ਕਰਕੇ ਇਹ ਸਾਰੇ ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਜੋੜ ਮੇਲਾ ਆਪਾਂ ਦਸੰਬਰ ਦੀ ਬਜਾਏ ਜਨਵਰੀ ਮਹੀਨੇ ਵਿੱਚ ਮਨਾਇਆ ਕਰਾਂਗੇ। ਤਾਰੀਖਾਂ ਉਹੀ ਹੋਣਗੀਆਂ 22, 23, 24 ਦਸੰਬਰ ਦੀ ਬਜਾਏ 22, 23, 24 ਜਨਵਰੀ। ਸੋ ਆਪ ਸਰਬੱਤ ਸੰਗਤਾਂ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ, ਤਾਰੀਖਾਂ ਯਾਦ ਰੱਖਣੀਆਂ ਨੇ। ਆਓ ਹੁਣ ਸਮਾਂ, ਕਿਉਂਕਿ ਅੱਗੇ ਇਜਾਜ਼ਤ ਨਹੀਂ ਦੇ ਰਿਹਾ, ਸਭ ਗੁਰਮੁਖ ਮਾਈ ਭਾਈ ਹੁਣ ਗੱਜ ਵੱਜ ਕੇ ਗੁਰੂ ਸਤੋਤਰ ਪੜ੍ਹੋ, ਫਿਰ ਅਰਦਾਸ ਵਿੱਚ ਸਾਵਧਾਨ ਹੋਣਾ, ਗੁਰੂ ਮਹਾਰਾਜ ਦਾ ਹੁਕਮਨਾਮਾ ਸਰਵਣ ਕਰਨਾ। ਫਿਰ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਆਪਣੇ ਘਰਾਂ ਨੂੰ ਚਾਲੇ ਪਾਉਣੇ। ਆਪ ਸਰਬੱਤ ਸੰਗਤਾਂ ਨੂੰ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ।
ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ਼੍ਰੀ ਹਰਿ ਰਾਏ ਜੀ ਧਨ ਹੈ। ਧਨ ਹੈ ਧਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ। ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਮੇਰਾ ਪੰਥ ਖਾਲਸਾ ਧਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕਿਛ ਨਾ ਲੱਗੇਗਾ ਮੋਲ ਪਿਆਰਿਆ। ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ।
ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਾਧ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ, ਬਣ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ, ਮਹਿ ਸੁਖ ਕਨੇਰੇ ਕੋਏ ਨਾ, ਊਚੇ ਤੇ ਊਚਾ ਸਗਲ ਸਮਗਰੀ ਤੁਮਰੈ, ਤੁਮ ਤੇ ਹੋਏ ਤੁਮਰੀ ਗਤ ਮਿਤ, ਨਾਨਕ ਦਾਸ ਤੁਧ ਆਗੇ ਅਰਦਾਸ। ਜੀ ਕਹੋ ਨਾਨਕ ਸਭ ਵਾਹਿਗੁਰੂ ਜੀ ਤਿਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ। ਤਾਕੋ ਬਿਗਨ ਨਾ ਕੋ ਲਾਗੈ, ਜਾਗੇ ਪ੍ਰਭ ਆਗੈ ਅਰਦਾਸ। ਅਰਦਾਸ ਇੱਕ ਓੰਕਾਰ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ। ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਏ ਸਹਾਏ, 10 ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਸਤਿਗੁਰਾਂ ਦੇ 5 ਪਿਆਰੇ, 4 ਸਾਹਿਬ ਜਾਦੇ, 40 ਮੁਕਤੇ ਹਠੀਆਂ। ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ। ਦੇਗ ਚਲਾਈ ਤੇ ਗਵਾਹੀ ਦੇ ਕੇ, ਅਣਡਠ ਕੀਤਾ ਤਨਾ ਪਿਆਰਿਆਂ। ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ, ਸੀਸ ਦਿੱਤੇ ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਅਨੇਕਾਂ ਹੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸ਼ਹੀਦਾਂ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। 5 ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਬਖਸ਼ਣਾ ਦੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾ ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਾਵਨ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ, ਪਤ ਕਾ ਰਾਖਾ ਅਕਾਲ ਪੁਰਖ ਵਾਹਿਗੁਰੂ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਪਾਵਨ ਚਰਣਾ ਕਬਲਾਂ ਪਾਸ, ਅਰਦਾਸ ਬੇਨਤੀ ਜੋਦੜੀ ਹੈ ਦਤਾਰ ਪਿਤਾ ਜੀਓ। ਦਰੋਂ ਕਰੋ ਵਰੋਸਾਏ, ਮਹਾਪੁਰਖਾਂ ਦੇ ਮਹਾਨ ਉਪਰਾਲੇ ਦਾ ਸਦਕਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਆਪ ਜੀ ਦੇ ਮਹਾਨ ਪ੍ਰਗਟ ਦਿਹਾੜੇ ਨੂੰ ਮੁੱਖ ਰੱਖਦੇ ਆ
ਅਤੇ ਦਰੋਂ ਘਰੋਂ ਵਰੋਸਾਏ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪਾਤਸ਼ਾਹ ਜੀ ਅੱਜ ਦੂਸਰੇ ਦਿਨ ਦੇ ਸੁੰਦਰ ਦੀਵਾਨ ਸਜੇ ਹੋਏ ਦੀਵਾਨ ਅੰਦਰ ਬੇਅੰਤ ਜਥਿਆਂ ਨੇ ਮਹਾਂਪੁਰਖਾਂ ਨੇ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਦੁਆਰਾ ਸਰਬੱਤ ਸੰਗਤਾਂ ਨੂੰ ਚਰਨਾਂ ਦੇ ਨਾਲ ਜੋੜਿਆ ਹੈ। ਕਿਰਪਾ ਕਰੋ ਪਾਤਸ਼ਾਹ ਜੀ ਸਭਨਾਂ ਦੀ ਕੀਤੀ ਹੋਈ ਸੇਵਾ ਭਰੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਦਰ ਤੇ ਪ੍ਰਵਾਨ ਕਰੋ। ਸਭਨਾਂ ਦੇ ਸਿਰਾਂ ਤੇ ਮਿਹਰਾਂ ਭਰੇ ਹੱਥ ਰੱਖੋ। ਗੁਰਬਾਣੀ ਪੜ੍ਹਨ ਦੀ ਕਥਾ ਕੀਰਤਨ ਕਰਨ ਦੀ ਬਾਲ ਬੁੱਧ ਸਮਰੱਥਾ ਬਖਸ਼ੋ। ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਤੇ ਪ੍ਰਵਾਨ ਕਰੋ। ਸੰਗਤਾਂ ਦੇ ਚੱਲੇ ਹੋਏ ਕਾਦਮ ਲੇਖੇ ਵਿੱਚ ਲਾਵੋ। ਸਭਨਾਂ ਨੂੰ ਗੁਰਸਿੱਖੀ ਦੀਆਂ ਤੰਦਰੁਸਤੀ ਦੀਆਂ ਦੇਹ ਅਰੋਗ ਪੂਰਨ ਕਰਵਾਉਣੇ ਦਰਗਾਹੀ ਹੁਕਮਨਾਮੇ ਬਗ ਕੇ ਕਰਤਾਰਥ ਕਰੋ। ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ। ਸਹੀ ਪਿਆਰਿਆਂ ਦੇ ਮੇਲ ਕਰਾਓ। ਜਿਨ੍ਹਾਂ ਦੇ ਮਿਲਿਆ ਆਪ ਜੀਆਂ ਦਾ ਨਾਮ ਚਿਤੇ ਆਵੇ। ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡਾਉਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ ਜਹ ਜਾਈਐ ਤਹਾਂ ਸੁਹੇਲੇ। ਕਰ ਕਿਰਪਾ ਪ੍ਰਭ ਮੇਲੇ ਗੁਰਪੂਰੈ ਚਰਨੀ ਲਾਇਆ। ਹਰ ਸੰਗ ਸਹਾਈ ਪਾਇਆ। ਜਹ ਜਾਈਐ ਤਹਾਂ ਸੁਹੇਲੇ। ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੋ ਭਾਈ। ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ ਰਹਾਉ। ਨਾਰਾਇਣ ਪ੍ਰਾਣ ਆਧਾਰਾ। ਹਮ ਸੰਤ ਜਨਾ ਰੇ ਨਾਰਾ। ਪਤਤ ਪੁਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ। ਸਦ ਜੀ ਸੰਗ ਰਖਵਾਲਾ। ਹਰ ਦਿਨ ਰੈਨ ਕੀਰਤਨ ਗਾਈਐ। ਬਹੁੜ ਨ ਜੋਨੀ ਪਾਈਐ। ਜਿਸ ਦੇਵੈ ਪੁਰਖ ਵਿਧਾਤਾ। ਹਰ ਰਸ ਤਿਨਹੀ ਜਾਤਾ। ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸਰਣੀ ਪਾਇਆ। ਜਿਸ ਦੇਵੈ ਪੁਰਖ ਵਿਧਾਤਾ। ਹਰ ਰਸ ਤਿਨਹੀ ਜਾਤਾ। ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ